Good morning, everyone. Today we are going to start a very important topic that is safety. It is basically covered in Factories Act 1948. Now we will going to discuss the provisions that are framed by the state government in order to protect the workers who are working in the factory. Let's discuss. ਸਭ ਤੋਂ ਪਹਿਲਾਂ ਆਪਾਂ ਮੀਨਿੰਗ ਕਲੀਅਰ ਕਰ ਲੈਂਦੇ ਹਾਂ ਵਟ ਡੂ ਯੂ ਮੀਨ ਬਾਏ ਸੇਫਟੀ। ਦੇਖੋ ਜਿਹੜੀ ਵੀ ਪਰਸਨ ਕਿਸੇ ਵੀ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਆ ਤਾਂ ਉਹਨਾਂ ਦੀ ਸੇਫਟੀ ਦੇ ਲਈ ਗਵਰਨਮੈਂਟ ਨੇ ਰੂਲਸ ਐਂਡ ਰੈਗੂਲੇਸ਼ਨ ਅਤੇ ਪ੍ਰੋਵੀਜ਼ਨਸ ਬਣਾਈਆਂ ਹੋਈਆਂ ਨੇ। ਸੇਫਟੀ ਕਿਸੇ ਵੀ ਵਰਕਰ ਦੀ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿ ਉਹ ਕਿਸ ਜਗ੍ਹਾ 'ਤੇ ਕੰਮ ਕਰ ਰਿਹਾ, ਕਿਹੜੀ ਮਸ਼ੀਨ 'ਤੇ ਕੰਮ ਕਰ ਰਿਹਾ, ਉਹਨੂੰ ਕਿਸ ਤਰੀਕੇ ਨਾਲ ਆਪਰੇਟ ਕਰ ਰਿਹਾ, ਅਤੇ ਜਿਹੜੀ ਤੁਹਾਡੀ ਫੈਕਟਰੀ ਹੈਗੀ ਆ ਕਿ ਉਹਦੇ ਵਿੱਚ ਜਿਹੜਾ ਮੈਨੂਫੈਕਚਰਿੰਗ ਪ੍ਰੋਸੈਸ ਹੋ ਰਿਹਾ ਵਾ ਤਾਂ ਸਹੀ ਤਰੀਕੇ ਨਾਲ ਮਸ਼ੀਨ ਨੂੰ ਆਪਰੇਟ ਕੀਤਾ ਜਾ ਰਿਹਾ ਵਾ। ਕਿਉਂਕਿ ਕਈ ਮਸ਼ੀਨਸ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ 'ਤੇ ਕੰਮ ਕਰਨਾ ਬਹੁਤ ਜ਼ਿਆਦਾ ਡੇਂਜਰਸ ਹੋ ਸਕਦਾ ਵਾ ਅਤੇ ਇਹਨਾਂ ਦੀ ਮਸ਼ੀਨ ਨੂੰ ਇੰਸਟਾਲ ਕਰਨ ਦੇ ਵਿੱਚ ਪ੍ਰੋਪਰ ਟ੍ਰੇਨਰਸ ਦੀ ਰਿਕੁਆਇਰਮੈਂਟ ਹੀ ਹੁੰਦੀ ਹੈ ਜੋ ਇਸ ਚੀਜ਼ 'ਚ ਐਕਸਪਰਟ ਹੁੰਦੇ ਆ। ਅਤੇ ਪਲੱਸ ਕੁਛ ਇਹੋ ਜਿਹੀਆਂ ਮਸ਼ੀਨਸ ਵੀ ਹੁੰਦੀਆਂ ਜਿੱਥੇ ਸਿਰਫ ਔਰ ਸਿਰਫ ਐਕਸਪਰਟ ਲੋਕ ਹੀ ਕੰਮ ਕਰ ਸਕਦੇ ਨੇ। ਜਿਹੜਾ ਇਹ ਸੈਕਸ਼ਨਸ ਆਪਾਂ ਹੁਣ ਰੀਡ ਕਰਾਂਗੇ ਸਿਰਫ ਔਰ ਸਿਰਫ ਸੇਫਟੀ ਨਾਲ ਡੀਲ ਕਰਦੇ ਨੇ। 15 ਮਾਰਕਸ ਲਈ ਬਹੁਤ ਜ਼ਿਆਦਾ ਰੈਲੀਵੈਂਟ ਅਤੇ ਇੰਪੋਰਟੈਂਟ ਟੋਪਿਕ ਤੁਹਾਡਾ ਇਹ ਮੰਨਿਆ ਜਾਂਦਾ ਹੈ। ਓਕੇ, ਅਤੇ ਇਹਦੇ ਜਿਹੜੇ ਸੈਕਸ਼ਨਸ ਹੈਗੇ ਦੈਟ ਇਜ਼ 21 to 41 ਆਫ ਦਾ ਫੈਕਟਰੀਜ਼ ਐਕਟ 1948 ਬੇਸਿਕਲੀ ਡੀਲਸ ਵਿਦ ਦ ਪ੍ਰੋਵੀਜ਼ਨਸ ਰਿਲੇਟਿਡ ਟੂ ਦ ਸੇਫਟੀ ਆਫ ਦ ਵਰਕਰਸ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਸੈਕਸ਼ਨ ਨੰਬਰ 21 ਦੈਟ ਇਜ਼ ਫੈਂਸਿੰਗ ਮਸ਼ੀਨਰੀ। ਅਕੋਰਡਿੰਗ ਟੂ ਫੈਕਟਰੀਜ਼ ਐਕਟ 1948 ਐਵਰੀ ਡੇਂਜਰਸ ਮਸ਼ੀਨਰੀ ਇਨ ਅ ਫੈਕਟਰੀ ਮਸਟ ਬੀ ਸਿਕਿਉਰਲੀ ਫੈਂਸ। ਜਿਹੜੀਆਂ ਵੀ ਮਸ਼ੀਨਾਂ ਤੁਹਾਡੀ ਫੈਕਟਰੀ ਦੇ ਵਿੱਚ ਹੈਗੀਆਂ ਨੇ ਜੋ ਡੇਂਜਰਸ ਨੇ, ਜੋ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ, ਉਹ ਪ੍ਰੋਪਰਲੀ ਫੈਂਸ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਿਰਫ ਔਰ ਸਿਰਫ ਜਿਹੜੇ ਬੰਦੇ ਨੂੰ ਟ੍ਰੇਨਿੰਗ ਮਿਲੀ ਹੋਈ ਹੈ, ਜਿਹੜਾ ਐਕਸਪਰਟ ਆ, ਸਿਰਫ ਉਹੀ ਅੰਦਰ ਜਾ ਸਕੇ। ਕੋਈ ਹੋਰ ਇੰਪਲੋਈ ਜਿਹੜਾ ਹੈਗਾ ਉਹ ਅੰਦਰ ਨਾ ਜਾ ਪਾਵੇ ਤਾਂ ਕਿ ਉਹਦੀ ਸਿਹਤ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਲਬ ਪ੍ਰੋਬਲਮ ਕ੍ਰੀਏਟ ਹੋਵੇ। ਠੀਕ ਹੈ, ਤਾਂ ਜਿਹੜੇ ਵੀ ਮਤਲਬ ਫੈਂਸ ਕਿਹਦੇ ਹੋਣੇ ਚਾਹੀਦੇ, ਜਿਵੇਂ ਕੋਈ ਇਲੈਕਟ੍ਰੋਨਿਕ ਜਨਰੇਟਰ ਹੈਗਾ, ਕੋਈ ਮੋਟਰ ਹੈਗੀ ਆ, ਕੋਈ ਟਰਾਂਸਮਿਸ਼ਨ ਮਸ਼ੀਨਰੀ ਹੈਗੀ ਆ, ਜਾਂ ਕੋਈ ਡੇਂਜਰਸ ਪਾਰਟ ਹੈ ਪ੍ਰੋਪਰਲੀ ਫੈਂਸ ਹੋਣਾ ਚਾਹੀਦਾ ਹੈ। ਜਾਂ ਤਾਂ ਉਹ ਮੂਵ ਹੁੰਦਾ ਹੋਵੇ ਜਾਂ ਫਿਰ ਉਹ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਯੂਜ਼ ਹੋ ਰਿਹਾ ਵਾ, ਉਹਨੂੰ ਤੁਸੀਂ ਪ੍ਰੋਪਰਲੀ ਫੈਂਸ ਕਰਕੇ ਰੱਖਣਾ ਹੈ। ਨੈਕਸਟ ਵਨ ਹੈਗਾ ਤੁਹਾਡਾ ਸੈਕਸ਼ਨ ਨੰਬਰ 22 ਦੈਟ ਇਜ਼ ਵਰਕ ਔਨ ਔਰ ਨੀਅਰ ਮਸ਼ੀਨਰੀ ਇਨ ਮੋਸ਼ਨ। ਮੋਸ਼ਨ ਮਤਲਬ ਜਦੋਂ ਤੁਹਾਡੀ ਮਸ਼ੀਨ ਚੱਲ ਰਹੀ ਹੈ ਉਸ ਵਕਤ ਉਹਦੇ ਨੇੜੇ ਜਾਂ ਉਹਦੇ ਕੋਲ ਸਿਰਫ ਔਰ ਸਿਰਫ ਉਹੀ ਪਰਸਨ ਜਾ ਸਕਦੇ ਜਿਹੜੇ ਸਪੈਸ਼ਲੀ ਟ੍ਰੇਨਡ ਹੋਣ। ਸਪੈਸ਼ਲੀ ਮੇਲ ਪਰਸਨ ਨੂੰ ਅਲਾਉ ਕੀਤਾ ਗਿਆ ਹੈ ਅਤੇ ਉਹਨਾਂ ਪਰਸਨ ਨੇ ਵੀ ਪ੍ਰੋਪਰ ਟਾਈਟ ਫਿਟਿੰਗ ਵਾਲੇ ਕੱਪੜੇ ਪਾਏ ਹੋਣੇ ਚਾਹੀਦੇ ਆ। ਕੋਈ ਵੀ ਯੰਗ ਪਰਸਨ ਹੈ ਜਾਂ ਵੂਮੈਨ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਏਗਾ ਮਸ਼ੀਨਰੀ ਨੂੰ ਕਲੀਨ ਕਰਨ ਦੇ ਲਈ, ਲੁਬਰੀਕੇਟ ਕਰਨ ਲਈ, ਜਾਂ ਫਿਰ ਕਹਿ ਲਓ ਐਡਜਸਟ ਕਰਨ ਲਈ। ਜਦੋਂ ਮਸ਼ੀਨ ਚੱਲ ਰਹੀ ਹੈ ਉਸ ਵਕਤ ਸਿਰਫ ਔਰ ਸਿਰਫ ਜਿਹੜਾ ਟ੍ਰੇਨਰ ਹੈਗਾ, ਜਿਹਨੂੰ ਟ੍ਰੇਨਿੰਗ ਮਿਲੀ ਹੋਈ ਹੈ ਜਾਂ ਟ੍ਰੇਨਡ ਸਕਿਲਡ ਪਰਸਨ ਹੈਗਾ, ਉਹੀ ਮੇਲ ਮੈਂਬਰ ਜਾਏਗਾ। ਵੂਮੈਨ ਅਤੇ ਯੰਗ ਪਰਸਨ ਨਹੀਂ ਜਾਣਗੇ। ਠੀਕ ਹੈ, ਦੈਨ ਵੀ ਹੈਵ ਸੈਕਸ਼ਨ ਨੰਬਰ 23 ਇੰਪਲੋਇਮੈਂਟ ਆਫ ਯੰਗ ਪਰਸਨ ਔਨ ਡੇਂਜਰਸ ਮਸ਼ੀਨ। ਤੋਂ ਡੀਲ ਕਿੰਨਾ ਕਰਦਾ ਹੈ ਕਿ ਡੇਂਜਰਸ ਮਸ਼ੀਨ 'ਤੇ ਕੰਮ ਕਿੰਨਾ ਨਹੀਂ ਕਰਨਾ ਹੈ ਯੰਗ ਪਰਸਨ ਨਾਲ, ਇਹ ਡੀਲ ਕਰਦਾ ਹੈ। ਕਹਿੰਦੇ ਕਿ ਸੈਕਸ਼ਨ ਨੇ ਪ੍ਰੋਵਾਈਡ ਕੀਤਾ ਕਿ ਯੰਗ ਪਰਸਨ ਸ਼ੈਲ ਬੀ ਰਿਕੁਆਇਰਡ ਔਰ ਅਲਾਉਡ ਟੂ ਵਰਕ ਐਟ ਐਨੀ ਮਸ਼ੀਨ ਇਨ ਵਿਚ ਹੀ ਇਜ਼ ਫੁਲੀ ਇੰਸਟਰਕਟਿਡ ਐਜ਼ ਟੂ ਬੀ ਡੇਂਜਰਸ ਅਰਾਈਜ਼ਿੰਗ ਇਨ ਕਨੈਕਸ਼ਨ ਵਿਦ ਦ ਮਸ਼ੀਨ ਐਂਡ ਦ ਪ੍ਰੀਕਾਸ਼ਨ ਟੂ ਬੀ ਅਬਜ਼ਰਵਡ। ਠੀਕ ਹੈ, ਦੇਖੋ ਪਹਿਲਾਂ ਤਾਂ ਯੰਗ ਪਰਸਨ ਅਤੇ ਫੀਮੇਲ ਨੇ ਜਾਣਾ ਹੀ ਨਹੀਂ ਹੈਗਾ। ਇਨ ਕੇਸ ਕਿਸੇ ਯੰਗ ਪਰਸਨ ਨੂੰ ਕੰਮ ਕਰਨਾ ਪੈ ਜਾਂਦਾ ਜਾਂ ਉਹਨੂੰ ਇੰਪਲੋਇਮੈਂਟ ਮਿਲ ਜਾਂਦੀ ਆ ਤਾਂ ਇਹਦੇ ਵਿੱਚ ਹੀ ਕਿਹਾ ਗਿਆ ਕਿ ਉਹਦੇ ਕੋਲ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ, ਉਹਦੇ ਕੋਲ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਮਸ਼ੀਨ 'ਤੇ ਕੰਮ ਕਰਨਾ ਚਾਹੀਦਾ ਹੈ, ਅਤੇ ਉਹ ਜਿਹੜਾ ਪਰਸਨ ਜਦੋਂ ਕੰਮ ਕਰੇਗਾ ਉਹਦੀ ਪ੍ਰੋਪਰ ਸੁਪਰਵਿਜ਼ਨ ਕੀਤੀ ਹੋਣੀ ਚਾਹੀਦੀ ਹੈ। ਨੈਕਸਟ ਹੈਗਾ ਤੁਹਾਡਾ ਸੈਕਸ਼ਨ ਨੰਬਰ 24 ਸਟ੍ਰਾਈਕਿੰਗ ਗੀਅਰ ਐਂਡ ਡਿਵਾਈਸਿਸ ਫॉर ਕਟਿੰਗ ਆਫ ਪਾਰ। ਕਹਿੰਦੇ ਹਰ ਇੱਕ ਫੈਕਟਰੀ ਦੇ ਵਿੱਚ ਸਟੇਬਲ ਡਿਵਾਈਸਿਸ ਹੋਣੇ ਚਾਹੀਦੇ ਆ। ਕਿਤੇ ਐਮਰਜੈਂਸੀ ਪੈ ਜਾਏ ਅਤੇ ਬਿਜਲੀ ਕੱਟਣੀ ਪੈ ਜਾਏ ਹੈ ਨਾ, ਜਾਂ ਫਿਰ ਮਸ਼ੀਨਰੀ ਰੋਕਣੀ ਪੈ ਜਾਏ, ਅਤੇ ਹਰ ਇੱਕ ਜਗ੍ਹਾ 'ਤੇ ਸੁਟੇਬਲ ਡਿਵਾਈਸਿਸ ਲੱਗੇ ਹੋਣੇ ਚਾਹੀਦੇ ਨੇ ਹਰ ਇੱਕ ਵਰਕ ਰੂਮ ਦੇ ਵਿੱਚ। ਦੈਨ ਵੀ ਹੈਵ ਸੈਕਸ਼ਨ ਨੰਬਰ 25 ਸੈਲਫ ਐਕਟਿੰਗ ਮਸ਼ੀਨ। ਜੋ ਇਹ ਮਸ਼ੀਨਸ ਖੁਦ ਬ ਖੁਦ ਕੰਮ ਕਰਦੀਆਂ ਨੇ ਉਹਨਾਂ ਲਈ ਇਹ ਡੀਲ ਕਰਦਾ ਹੈ। ਦੇਖੋ ਜਿਹੜੀਆਂ ਮਸ਼ੀਨ ਖੁਦ ਬ ਖੁਦ ਕੰਮ ਕਰਦੀਆਂ ਨੇ ਇਹਦੇ ਵਿੱਚ ਵੀ ਉਹੀ ਚੀਜ਼ ਕਹੀ ਗਈ ਹੈ ਕਿ ਕਿਸੇ ਵੀ ਵਰਕਰ ਨੂੰ ਉਹਦੇ ਆਸ-ਪਾਸ ਨਹੀਂ ਜਾਣਾ, ਕਿਉਂਕਿ ਦੇਖੋ ਜਿਹੜੀ ਮਸ਼ੀਨ ਆਲਰੇਡੀ ਆਪਣੇ ਆਪ ਕੰਮ ਕਰਦੀ ਹੈ ਤਾਂ ਅਗਰ ਆਪਾਂ ਨੂੰ ਕੋਈ ਇੰਸਟਰਕਸ਼ਨਸ ਨਹੀਂ ਮਿਲੀਆਂ ਹੋਈਆਂ, ਆਪਾਂ ਨੂੰ ਨੌਲੇਜ ਨਹੀਂ ਹੈਗੀ ਅਤੇ ਆਪਾਂ ਉੱਥੇ ਜਾ ਕੇ ਛੇੜਖਾਨੀ ਕਰਾਂਗੇ ਤਾਂ ਆਪਣੇ ਲਈ ਡੇਂਜਰਸ ਹੋ ਜਾਂਦਾ। ਤਾਂ ਵਰਕਰਸ ਲਈ ਵੀ ਸੈਲਫ ਐਕਟਿੰਗ ਮਸ਼ੀਨਸ ਦੇ ਕੋਲੇ ਜਾਣਾ ਡੇਂਜਰਸ ਮੰਨਿਆ ਜਾਂਦਾ ਹੈ, ਅਤੇ ਉਹਨਾਂ ਨੇ 45 ਸੈਂਟੀਮੀਟਰਸ ਤੋਂ ਥੋੜ੍ਹਾ ਡਿਸਟੈਂਸ ਬਣਾ ਕੇ ਹੀ ਰੱਖਣਾ ਹੈ। ਦੈਨ ਤੁਹਾਡਾ ਹੈਗਾ ਸੈਕਸ਼ਨ ਨੰਬਰ 27 ਜੋ ਡੀਲ ਕਰਦਾ ਹੈ ਇੰਪਲੋਇਮੈਂਟ ਆਫ ਵੂਮਨ ਐਂਡ ਚਿਲਡਰਨ ਨੀਅਰ ਕਾਟਨ ਓਪਨਰਸ। ਕਹਿੰਦੇ ਪ੍ਰੋਹਿਬਿਟ ਕੀਤਾ ਗਿਆ ਫੈਕਟਰੀ ਵਿੱਚ, ਹਰ ਇੱਕ ਫੈਕਟਰੀ ਵਿੱਚ ਜਿੱਥੇ ਕਾਟਨ ਓਪਨਰਸ ਇਜ਼ ਐਟ ਵਰਕ, ਤਾਂ ਤੁਸੀਂ ਉੱਥੇ ਵੂਮਨ ਅਤੇ ਜਿਹੜੀ ਚਾਈਲਡ ਹੈਗੀ ਆ ਉਹ ਚਾਈਲਡ ਜੋ ਹੈ ਉਹਨੇ ਉੱਥੇ ਨਹੀਂ ਜਾਣਾ।
ਤੇ ਸੈਕਿੰਡ ਚੀਜ਼ ਉਹਨਾਂ ਨੇ ਇਹ ਮੈਂਸ਼ਨ ਕੀਤੀ ਹੈ ਕਿ ਹਰ ਇੱਕ ਜਗ੍ਹਾ ਤੇ ਪ੍ਰੋਪਰਲੀ ਰਿਟਨ ਦੇ ਵਿੱਚ ਸਪੈਸੀਫਾਈ ਕੀਤਾ ਜਾਇਆ ਹੋਣਾ ਚਾਹੀਦਾ ਹੈ ਕਿ ਇੱਥੇ ਵੂਮਨ ਤੇ ਚਿਲਡਰਨ ਨੂੰ ਆਉਣਾ ਅਲਾਉ ਨਹੀਂ ਹੈਗਾ ਜਿੱਥੇ ਕਾਟਨ ਓਪਨਰਸ ਕੰਮ ਕਰ ਰਹੇ ਜਾਂ ਇੰਪਲੋਇਮੈਂਟ ਕੀਤੀ ਜਾ ਰਹੀ ਹੈ। ਦੈਨ ਹੈ ਤੁਹਾਡਾ ਸੈਕਸ਼ਨ ਨੰਬਰ 28 ਜਿਹੜਾ ਡੀਲ ਕਰਦਾ ਲਿਵਸ ਐਂਡ ਹੋਸਟ ਨਾ। ਇਹਦੇ ਵਿੱਚ ਕੀ ਹੈਗਾ, ਕਹਿੰਦੇ ਕਿ ਇੱਕ ਗੁੱਡ ਮਕੈਨੀਕਲ ਕੰਸਟਰਕਸ਼ਨ ਦੇ ਲਈ ਜਾਂ ਆਪਾਂ ਫੈਕਟਰੀ ਦੇ ਵਿੱਚ ਜਦੋਂ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਕੁਛ ਨਾ ਕੁਛ ਸਮਾਨ ਮੂਵ ਕਰਨਾ ਪੈਂਦਾ ਲਿਫਟ ਦੇ ਥਰੂ, ਹੋਸ ਦੇ ਥਰੂ, ਜੋ ਕਿ ਆਪਾਂ ਕਾਫੀ ਵਾਰ ਦੇਖਦੇ ਹੀ ਹੈ। ਅਤੇ ਉੱਥੇ ਸਿਰਫ ਉਹੀ ਪਰਸਨ ਜਾਣੇ ਚਾਹੀਦੇ ਜਿਹੜੇ ਕਿ ਕੰਪੀਟੈਂਟ ਹੋਣ, ਜਿਨ੍ਹਾਂ ਨੂੰ ਇੰਸਟਰਕਸ਼ਨਸ ਮਿਲੀਆਂ ਹੋਣ। ਹਰ ਇੱਕ ਪਰਸਨ ਉੱਥੇ ਨਾ ਜਾਵੇ ਤੇ ਉਹਦੇ ਕੋਲ ਇੱਕ ਐਡੂਕੇਟ ਸਟਰੈਂਥ ਹੋਣੀ ਚਾਹੀਦੀ ਹੈ, ਪ੍ਰੋਪਰਲੀ ਇੱਕ ਕੰਸਟਰਕਸ਼ਨ ਮਕੈਨੀਕਲ ਕੰਸਟਰਕਸ਼ਨ ਹੋਣੀ ਚਾਹੀਦੀ, ਇਹਨੂੰ ਪ੍ਰੋਪਰਲੀ ਤੁਸੀਂ ਮੇਨਟੇਨ ਕਰਕੇ ਰੱਖਣਾ ਹੈ। ਓਕੇ, ਦੈਨ ਹੈਗਾ ਤੁਹਾਡਾ ਸੈਕਸ਼ਨ ਨੰਬਰ 25 ਬੇਸਿਕਲੀ ਡੀਲ ਕਰਦਾ ਲਿਫਟਿੰਗ ਮਸ਼ੀਨ, ਚੇਨਸ, ਰੋਪਸ ਐਂਡ ਲਿਫਟਿੰਗ ਟੈਕਲਸ। ਕਹਿੰਦੇ ਐਵਰੀ ਲਿਫਟਿੰਗ ਮਸ਼ੀਨ ਐਂਡ ਐਵਰੀ ਚੇਨ, ਚਾਹੇ ਰੋਪ ਹੈ ਚਾਹੇ ਲਿਫਟਿੰਗ ਟੈਕਲ ਹੈ, ਫॉर द पर्पस ऑफ रेजिंग और लोडिंग person, goods or material, all parts including the working gear whether fixed or movable, with the machine or without any machine, ਦਾ ਸਾਊਂਡ ਸਿਸਟਮ ਉੱਥੇ ਹੋਣਾ ਚਾਹੀਦਾ, ਉਹਨੂੰ ਪ੍ਰੋਪਰਲੀ ਮੇਨਟੇਨ ਕਰਕੇ ਰੱਖਣਾ ਹੈ। ਅਗਰ ਮਸ਼ੀਨਾਂ ਨੂੰ ਚੱਕਣ ਦੇ ਲਈ ਚੇਨਸ, ਰੋਪ, ਇਹਨਾਂ ਦੀ ਸਾਰਿਆਂ ਦੀ ਮਦਦ ਦਿੱਤੀ ਜਾਂਦੀ ਹੈ ਤਾਂ ਜਿਸ ਦੇ ਥਰੂ ਇਹ ਕੰਮ ਹੋ ਰਿਹਾ ਉਹਨੂੰ ਪ੍ਰੋਪਰਲੀ ਤੁਸੀਂ ਮੇਨਟੇਨ ਕਰਕੇ ਰੱਖਣਾ ਵਾ ਕਿ ਐਂ ਨਾ ਹੋਵੇ ਕਿ ਉਹਨਾਂ ਦੇ ਕਰਕੇ ਵਰਕਰਸ ਦਾ ਨੁਕਸਾਨ ਹੋ ਜਾਵੇ। ਦੈਨ ਤੁਹਾਡਾ ਹੈਗਾ ਸੈਕਸ਼ਨ ਨੰਬਰ 30 ਜੋ ਡੀਲ ਕਰਦਾ ਰਿਵੋਲਵਿੰਗ ਮਸ਼ੀਨਰੀ ਨਾਲ। ਸੈਕਸ਼ਨ 30 ਵਿੱਚ ਕਿਹਾ ਗਿਆ ਕਿ ਹਰ ਇੱਕ ਫੈਕਟਰੀ ਦੇ ਵਿੱਚ ਅਗਰ ਇਹੋ ਜਿਹਾ ਕੋਈ ਪ੍ਰੋਸੈਸ ਕੰਮ ਹੋ ਰਿਹਾ ਵਾ ਜਾਂ ਕੰਮ ਕੀਤਾ ਜਾ ਰਿਹਾ ਵਾ ਜਿਹਦੇ ਵਿੱਚ ਰਿਵੋਲਵਿੰਗ ਮਸ਼ੀਨਰੀ ਇਨਵੋਲਵ ਹੈਗੀ ਹੈ ਤਾਂ ਉਸ ਦੇ ਵਿੱਚ ਉਹਦੀ ਸਪੀਡ ਲਿਮਿਟ ਬਾਰੇ ਇਹਨਾਂ ਨੇ ਮੈਂਸ਼ਨ ਕੀਤਾ ਕਿ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਏਗਾ ਅਤੇ ਇਫੈਕਟਿਵ ਮੈਜਰਸ ਵੀ ਲਏ ਜਾਣਗੇ ਕਿ ਜਦੋਂ ਮਸ਼ੀਨ ਕੰਮ ਕਰ ਰਹੀ ਰਿਵੋਲਵ ਹੋ ਰਹੀ ਹੈ ਤਾਂ ਉਹਦੇ ਜਿਹੜੇ ਵੈਸਲਸ ਨੇ ਜਾਂ ਕੇਜ ਜਿਹੜਾ ਬਾਸਕਟ ਕੁਛ ਵੀ ਜਿਹੜਾ ਉਹਦੇ ਨਾਲ ਡੀਲ ਕਰ ਰਿਹਾ ਉਹਦੀ ਸਪੀਡ ਜਿੰਨੀ ਮੈਂਸ਼ਨ ਕੀਤੀ ਗਈ ਆ ਉਨੀ ਹੀ ਹੋਵੇ, ਉਸ ਤੋਂ ਵੱਧ ਐਕਸੀਡ ਨਾ ਕਰੇ। ਦੈਨ ਵੀ ਹੈਵ ਸੈਕਸ਼ਨ ਨੰਬਰ 31 ਜੋ ਡੀਲ ਕਰਦਾ ਹੈ ਪ੍ਰੈਸ਼ਰ ਪਲਾਂਟ ਨਾਲ। ਸੈਕਸ਼ਨ 31 ਕੀ ਕਹਿੰਦਾ ਕਿ ਹਰ ਇੱਕ ਫੈਕਟਰੀ ਦੇ ਵਿੱਚ ਜੇ ਕੋਈ ਪਲਾਂਟ ਐਂਡ ਮਸ਼ੀਨਰੀ ਹੈਗੀ ਹੈ ਜਾਂ ਕੋਈ ਇਹੋ ਜਿਹਾ ਪ੍ਰੋਸੈਸ ਹੋ ਰਿਹਾ ਜੋ ਮਤਲਬ ਜਿੱਥੇ ਤੁਸੀਂ ਕੰਮ ਕਰਦੇ ਵਕਤ ਜਿੰਨਾ ਪ੍ਰੈਸ਼ਰ ਉਹਨੂੰ ਚਾਹੀਦਾ ਹੈਗਾ ਉਹਨੂੰ ਤੁਸੀਂ ਆਰਟੀਫਿਸ਼ਲੀ ਇਨਕਰੀਜ਼ ਕੀਤਾ ਹੋਇਆ ਵਾ ਜਾਂ ਤੁਸੀਂ ਇਹੋ ਜਿਹੇ ਪ੍ਰੀਕੋਸ਼ਨਸ ਲਏ ਹੋਏ ਆ ਕਿ ਪ੍ਰੈਸ਼ਰ ਨੂੰ ਤੁਸੀਂ ਇਨਕਰੀਜ਼ ਜਾਂ ਡਿਕਰੀਜ਼ ਕਰਦੇ ਆ ਤਾਂ ਸਟੇਟ ਗਵਰਨਮੈਂਟ ਨੇ ਰੂਲ ਬਣਾਏ ਹੋਏ ਆ ਕਿ ਉਹਨਾਂ ਦੀ ਪਹਿਲਾਂ ਤਾਂ ਐਗਜ਼ਾਮੀਨੇਸ਼ਨ ਅਤੇ ਟੈਸਟਿੰਗ ਕੀਤੀ ਜਾਏਗੀ ਉਸ ਮਸ਼ੀਨਰੀ ਦੀ। ਸੈਕਿੰਡ, ਜੋ ਤੁਸੀਂ ਪ੍ਰੈਸ਼ਰ ਪੁਆਇੰਟ ਕ੍ਰੀਏਟ ਕੀਤੇ ਗਏ ਨੇ ਉੱਥੇ ਸਿਰਫ ਐਕਸਪਰਟ ਹੀ ਜਾ ਸਕਦੇ ਹੋਣੇ ਚਾਹੀਦੇ ਆ ਤਾਂ ਕਿ ਉਸ ਪ੍ਰੈਸ਼ਰ ਕਰਕੇ ਕਿਸੇ ਵੀ ਹੋਰ ਜੋ ਹੈਗਾ ਤੁਹਾਡਾ ਵਰਕਰ ਹੈਗਾ ਉਹਨੂੰ ਨੁਕਸਾਨ ਨਾ ਪਹੁੰਚੇ। ਮਤਲਬ ਜਿੰਨਾ ਪ੍ਰੈਸ਼ਰ ਪੁਆਇੰਟ ਅਲਾਉ ਕੀਤਾ ਗਿਆ ਨਾ ਉਨੇ ਵਿੱਚ ਹੀ ਕੰਮ ਹੋਣਾ ਚਾਹੀਦਾ ਵਾ। ਜੇ ਤੁਸੀਂ ਵਧਾ ਜਾਂ ਘਟਾ ਰਹੇ ਹੋ ਤਾਂ ਪ੍ਰੀਕੋਸ਼ਨਸ ਤੁਸੀਂ ਪ੍ਰੋਪਰ ਰੱਖਣੀਆਂ ਨੇ, ਸਿਰਫ ਐਕਸਪਰਟ ਪਰਸਨ ਹੀ ਉੱਥੇ ਜਾਵੇ। ਦੈਨ ਵੀ ਹੈਵ ਸੈਕਸ਼ਨ ਨੰਬਰ 32 ਜੋ ਡੀਲ ਕਰਦਾ ਫਲੋ, ਸਟੇਅਰਸ ਐਂਡ ਮੀਨਸ ਆਫ ਅਸੈਸ। ਸੈਕਸ਼ਨ 32 ਦੇ ਵਿੱਚ ਫਲੋ, ਸਟੇਅਰਸ ਅਤੇ ਮੀਨ ਆਫ ਅਸੈਸ ਨੂੰ ਕਿ ਪਹਿਲਾਂ ਪ੍ਰੋਪਰਲੀ ਸਾਊਂਡ ਹੋਣੇ ਚਾਹੀਦੇ ਆ, ਫ੍ਰੀ ਫਰਮ ਓਬਸਟਰਕਸ਼ਨ ਹੋਣੇ ਚਾਹੀਦੇ ਆ, ਠੀਕ ਹੈ। ਉਹਦੇ ਵਿੱਚ ਆਈ ਨਹੀਂ ਵੀ ਸਮਾਨ ਵਗੈਰਾ ਪਿਆ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਨਹੀਂ, ਉਹ ਪ੍ਰੋਪਰਲੀ ਕਲੀਨ ਹੋਣੇ ਚਾਹੀਦੇ ਆ ਅਤੇ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ। Then we have section number 33 which deals with paid sums opening in floors। ਸੈਕਸ਼ਨ 33 ਕਹਿੰਦਾ ਕਿ ਹਰ ਇੱਕ ਫੈਕਟਰੀ ਦੇ ਵਿੱਚ ਜੇ ਕੋਈ ਇਹੋ ਜਿਹੀ ਜਗ੍ਹਾ ਹੈ ਜੋ ਮਤਲਬ ਤੁਸੀਂ ਕਹਿ ਲਓ ਕਿ ਗੱਡੇ ਵਗੈਰਾ ਬਣਾਇਆ ਹੋਇਆ ਵਾ ਨਾ ਜਾਂ ਫਿਰ ਕਿਤੇ ਪਾਣੀ ਵਗੈਰਾ ਦਾ ਕੋਈ ਕੰਮ ਹੈਗਾ, ਠੀਕ ਹੈ, ਤਾਂ ਉਹ ਆਏ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਉਹਨੂੰ ਓਪਨ ਛੱਡ ਦਿਓ, ਉਹਨੂੰ ਪ੍ਰੋਪਰਲੀ ਬੰਦ ਕੀਤਾ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ। ਕੋਈ ਵਾਟਰ ਪੰਪ ਵਗੈਰਾ ਹੈ ਕਿ ਪ੍ਰੋਪਰਲੀ ਫਿਕਸਡ ਹੋਣਾ ਚਾਹੀਦਾ ਕੋਈ ਵੀ ਵੈਸਲ ਇਸ ਤਰੀਕੇ ਦਾ ਹੈ ਤਾਂ। ਦੈਨ ਹੈਗਾ ਤੁਹਾਡਾ 34 ਸੈਕਸ਼ਨ ਐਕਸੈਸਿਵ ਵੇਟ। ਸੈਕਸ਼ਨ 34 ਫੈਕਟਰੀਜ਼ ਐਕਟ ਕੀ ਕਹਿੰਦਾ ਕੋਈ ਵੀ ਪਰਸਨ ਤੁਸੀਂ ਇੰਪਲੋਏ ਨਹੀਂ ਕਰਨਾ ਕਿਸੇ ਵੀ ਫੈਕਟਰੀ ਦੇ ਵਿੱਚ ਲਿਫਟ ਕਰਨ ਲਈ, ਕੈਰੀ ਕਰਨ ਲਈ ਜਾਂ ਮੂਵ ਕਰਨ ਲਈ ਇੰਨਾ ਜ਼ਿਆਦਾ ਲੋਡ ਜੋ ਕਿ ਬਹੁਤ ਹੈਵੀ ਮੰਨਿਆ ਜਾਂਦਾ ਜਿਹਨਾਂ ਨੂੰ ਇੰਜਰੀ ਹੋ ਜੇ। ਸਟੇਟ ਗਵਰਨਮੈਂਟ ਨੇ ਪ੍ਰੋਪਰਲੀ ਰੂਲਸ ਬਣਾਏ ਹੋਏ ਨੇ ਕਿ ਕਿੰਨਾ ਕੁ ਮੈਕਸਿਮਮ ਵੇਟ ਇੱਕ ਪਰਸਨ ਜਿਹੜਾ ਹੈਗਾ ਲਿਫਟ ਕਰ ਸਕਦਾ, ਕੈਰੀ ਕਰ ਸਕਦਾ, ਮੂਵ ਕਰ ਸਕਦਾ, ਜਾਂ ਕਿੰਨਾ ਵੂਮਨ ਲਈ ਅਲਾਉ ਹੈਗਾ, ਕਿੰਨਾ ਚਿਲਡਰਨ ਲਈ ਅਲਾਉ ਹੋਏਗਾ। ਜਿੰਨਾ ਸਟੇਟ ਗਵਰਨਮੈਂਟ ਨੇ ਵੇਟ ਉਠਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ ਫੈਕਟਰੀ ਦੇ ਵਿੱਚ ਕਿਸੇ ਵੀ ਵਰਕਰ ਕੋਲੋਂ, ਵੂਮਨ ਕੋਲੋਂ ਜਾਂ ਬੱਚਿਆਂ ਕੋਲੋਂ, ਜੇ ਯੰਗ ਪਰਸਨ ਨੂੰ ਇੰਪਲੋਏ ਕੀਤਾ ਗਿਆ ਵਾ, ਸੌਰੀ ਯੰਗ ਪਰਸਨ ਇਜ਼ ਦਾ ਰਾਈਟ ਵਰਡ, ਤਾਂ ਉਹਨਾਂ ਨੂੰ ਉਨਾ ਹੀ ਵੇਟ ਤੁਸੀਂ ਉਠਾਉਣ ਲਈ ਕਹਿ ਸਕਦੇ ਹੋ। ਕੋਈ ਵੀ ਆਕੂਪਾਇਰ ਉਦੋਂ ਵੱਧ ਵੇਟ ਉਠਾਉਣ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਜਿਹਦੇ ਕਰਕੇ ਉਹਨੂੰ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਹੋਵੇ। ਦੈਨ ਤੁਹਾਡਾ ਹੈਗਾ ਸੈਕਸ਼ਨ ਨੰਬਰ 35 ਜੋ ਡੀਲ ਕਰਦਾ ਪ੍ਰੋਟੈਕਸ਼ਨ ਆਫ ਆਈਜ਼। ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕਿਸੇ ਫੈਕਟਰੀ ਦੇ ਵਿੱਚ ਲੋਕ ਕੰਮ ਕਰਦੇ ਆ ਤਾਂ ਬਹੁਤ ਸਾਰੀ ਗੈਸ ਵਗੈਰਾ ਮਿਟ ਹੁੰਦੀ ਆ, ਬਹੁਤ ਸਾਰੀ ਗੈਸਿਸ, ਕੈਮੀਕਲਸ ਵੀ ਹੁੰਦੇ ਆ ਜੋ ਕਿ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਆ। ਤਾਂ ਜਿਹੜਾ ਸੈਕਸ਼ਨ 35 ਹੈ ਪ੍ਰੋਟੈਕਸ਼ਨ ਆਫ ਆਈਜ਼ ਨਾਲ ਡੀਲ ਕਰਦਾ ਵਾ ਕਿ ਜੇ ਇਹੋ ਜਿਹੀ ਕੋਈ ਇੰਜਰੀ ਹੁੰਦੀ ਹੈ ਜਾਂ ਇਹੋ ਜਿਹੀ ਕੋਈ ਫਰੈਗਮੈਂਟਸ ਨੇ ਤਾਂ ਉਹਨਾਂ ਤੋਂ ਖਾਸ ਕਰਕੇ ਧਿਆਨ ਰੱਖਿਆ ਜਾਏ। ਅਤੇ ਆਈਜ਼ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸੇ ਵੀ ਮਤਲਬ ਐਕਸੈਸਿਵ ਲਾਈਟ ਤੋਂ ਸਟੇਟ ਗਵਰਨਮੈਂਟ ਨੇ ਰੂਲਸ ਬਣਾਏ ਹੋਏ ਆ, ਪ੍ਰੀਕੋਸ਼ਨ
ਪ੍ਰੀਕਾਸ਼ਨਸ ਦੇਣ ਲਈ ਵੀ ਕਿਵੇਂ ਤੁਸੀਂ ਇਫੈਕਟਿਵ ਸਕਰੀਨ ਨੂੰ ਵਰਤ ਸਕਦੇ ਹੋ ਜਾਂ ਕਿਹੜੀ ਗੋਗਲਸ ਵਗੈਰਾ ਤੁਹਾਨੂੰ ਸੁਟੇਬਲ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਉਹ ਵਰਕਰ ਨੇ ਪਹਿਨ ਕੇ ਹੀ ਮਸ਼ੀਨਰੀ ਤੇ ਕੰਮ ਕਰਨਾ ਹੈ ਤਾਂ ਕਿ ਉਹਨੂੰ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ। ਦੈਨ ਆਪਣੇ ਕੋਲ ਹੈਗਾ ਸੈਕਸ਼ਨ ਨੰਬਰ 36 ਜੋ ਡੀਲ ਕਰਦਾ ਹੈ ਪ੍ਰੀਕਾਸ਼ਨ ਅਗੇਂਸਟ ਡੇਂਜਰਸ ਫਿਊਮ ਗੈਸਿਸ ਐਕਸੈਕਟਰਾ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕੋਈ ਵੀ ਪਰਸਨ ਅਗਰ ਇਹੋ ਜਿਹੀ ਜਗ੍ਹਾ 'ਤੇ ਕੰਮ ਕਰਦਾ ਵਾ ਜਾਂ ਉਹਨੂੰ ਇਹੋ ਜਿਹੇ ਚੈਂਬਰ, ਟੈਂਕ, ਪਾਈਪ ਜਾਂ ਕਿਤੇ ਇਹੋ ਜਿਹੀ ਕਨਫਾਈਨਡ ਪਲੇਸ 'ਤੇ ਕਨਫਾਈਨਡ ਸਪੇਸ 'ਤੇ ਜਾਣਾ ਪੈਂਦਾ ਵਾ ਜਿੱਥੇ ਕਿ ਕੋਈ ਡਸਟ, ਕੋਈ ਫਿਊਮ ਵਗੈਰਾ ਅਮਿਟ ਹੁੰਦੀ ਹੈ ਜੋ ਉਹਦੀ ਰਿਸਕ ਲਈ ਹਾਨੀਕਾਰਕ ਹੈ, ਜੋ ਉਹਦੀ ਸਿਹਤ ਲਈ ਹਾਨੀਕਾਰਕ ਹੈ, ਰਿਸਕੀ ਹੈਗਾ, ਉੱਥੇ ਉਹਨੂੰ ਜਾਣਾ ਪਹਿਲਾਂ ਤਾਂ ਜਾਣਾ ਨਹੀਂ ਚਾਹੀਦਾ। ਇਨ ਕੇਸ ਉਹਨੂੰ ਜਾਣਾ ਪੈਂਦਾ ਤਾਂ ਉਹਦੇ ਕੋਲ ਪ੍ਰੋਪਰ ਪ੍ਰੀਕਾਸ਼ਨਸ ਹੋਣੀਆਂ ਚਾਹੀਦੀਆਂ ਨੇ। ਜਿਵੇਂ ਆਪਾਂ ਪਹਿਲਾਂ ਵੀ ਕਲਾਸ ਵਿੱਚ ਵੀ ਐਗਜ਼ਾਮਪਲ ਕਰਦੇ ਹਾਂ ਕਿ ਜਿਵੇਂ ਕਰੋਨਾ ਵਾਲੇ ਟਾਈਮ ਸੀਗੇ, ਡਾਕਟਰ ਓਬਵੀਅਸਲੀ ਪੇਸ਼ੈਂਟਸ ਨੂੰ ਦੇਖਦੇ ਸੀ ਲੇਕਿਨ ਉਹਨਾਂ ਨੇ ਫਿਰ ਵੀ ਨਾ ਸੇਫਟੀ ਕਵਰ ਪ੍ਰੋਪਰ ਪਾਏ ਹੁੰਦੇ ਸੀ ਆਪਣੀ ਸਿਹਤ ਨੂੰ ਬਚਾਉਣ ਦੇ ਲਈ। ਇਹਦੇ ਵਿੱਚ ਵੀ ਉਹੀ ਹੈ ਕਿ ਜੇ ਤੁਸੀਂ ਇਹੋ ਜਿਹੀ ਜਗ੍ਹਾ 'ਤੇ ਐਂਟਰ ਕਰਨਾ ਕਿਸੇ ਵਰਕਰ ਨੂੰ ਪੈਂਦਾ ਵਾ ਤਾਂ ਉਹਦੇ ਜਿਹੜੇ ਪ੍ਰੀਕਾਸ਼ਨਸ ਹੈਗੇ ਆ, ਚਾਹੇ ਉਹ ਡਰੈਸ ਦੇ ਰੂਪ ਦੇ ਵਿੱਚ ਆ, ਹੈ ਨਾ, ਉਹ ਉਹਨੂੰ ਪ੍ਰੋਪਰ ਰੱਖਣੇ ਚਾਹੀਦੇ ਨੇ। ਨੈਕਸਟ ਹੈਗਾ ਤੁਹਾਡੇ ਕੋਲ ਸੈਕਸ਼ਨ ਨੰਬਰ 37 ਜੋ ਡੀਲ ਕਰਦਾ ਹੈਗਾ ਐਕਸਪਲੋਸਿਵ ਔਰ ਇਨਫਲੇਮੇਬਲ ਡਸਟ ਗੈਸ ਨਾਲ। ਕਹਿੰਦੇ ਕਿ ਵੀਅਰ ਇਨ ਐਨੀ ਫੈਕਟਰੀ, ਕੋਈ ਵੀ ਮੈਨੂਫੈਕਚਰਿੰਗ ਪ੍ਰੋਸੈਸ ਹੈਗਾ ਜਿਹਦੇ ਦੌਰਾਨ ਕਿ ਡਸਟ, ਫਿਊਮ, ਹੈ ਨਾ, ਕਹਿ ਲਓ ਕਿ ਫਿਊਮ ਗੈਸ, ਡਸਟ ਜਿਹੜੀ ਹੈਗੀ ਮਿਟ ਹੁੰਦੀ ਹੈਗੀ ਆ, ਤਾਂ ਤੁਸੀਂ ਉਸ ਗੱਲ ਦਾ ਧਿਆਨ ਰੱਖਣਾ ਕਿ ਪ੍ਰੀਕਾਸ਼ਨ ਅਤੇ ਪ੍ਰੈਕਟੀਕੇਬਲ ਮੈਜਰਸ ਲਿੱਤੇ ਜਾਣ ਤਾਂ ਕਿ ਜਿਹੜੀ ਹੈਗੀ ਆ ਆਪਾਂ ਨੂੰ ਪ੍ਰੋਪਰਲੀ ਮਤਲਬ ਆਪਣੀ ਸਿਹਤ ਨੂੰ ਬਚਾ ਸਕੀਏ। ਠੀਕ ਹੈ, ਅਤੇ ਜਿਹੜੀ ਡਸਟ ਫਿਊਮ ਹੈਗੇ ਉਹਨੂੰ ਕਿਸ ਤਰੀਕੇ ਨਾਲ ਇਵੈਪੋਰੇਟ ਕਰਨਾ, ਕਿਹੜੇ ਐਗਜ਼ੌਸਟ ਵਗੈਰਾ ਯੂਜ਼ ਕਰਨੇ ਹੈਗੇ ਆ, ਵਰਕਰਸ ਨੂੰ ਕਿਵੇਂ ਪ੍ਰੋਟੈਕਸ਼ਨ ਪ੍ਰੋਵਾਈਡ ਕਰਨੀ ਹੈ, ਉਹਦਾ ਖਾਸ ਕਰਕੇ ਧਿਆਨ ਇੱਥੇ ਰੱਖਿਆ ਹੋਣਾ ਚਾਹੀਦਾ ਹੈ। ਦੈਨ ਤੁਹਾਡੇ ਕੋਲ ਹੈਗਾ ਸੈਕਸ਼ਨ ਨੰਬਰ 38 ਪ੍ਰੀਕਾਸ਼ਨ ਇਨ ਕੇਸ ਆਫ ਫਾਇਰ। ਅਗਰ ਐਮਰਜੈਂਸੀ ਦੇ ਵਿੱਚ ਕਦੇ ਕੋਈ ਫਾਇਰ ਵਗੈਰਾ ਲੱਗ ਜਾਂਦੀ ਹੈ ਤਾਂ ਕਿਹੜੀ ਪ੍ਰੀਕਾਸ਼ਨ ਤੁਹਾਨੂੰ ਰੱਖਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਹਰ ਇੱਕ ਪਰਸਨ ਨੂੰ ਪਤਾ ਹੋਣਾ ਚਾਹੀਦਾ ਕਿ ਐਗਜ਼ਿਟ ਪਲਾਨ ਕੀ ਹੈ, ਕਿੱਥੋਂ ਦੀ ਤੁਸੀਂ ਐਮਰਜੈਂਸੀ ਦੇ ਵਿੱਚ ਨਿਕਲਣਾ ਹੈਗਾ। ਵਰਕਰਸ ਫੈਮਿਲੀਅਰ ਹੋਣੇ ਚਾਹੀਦੇ ਆ ਉਸ ਮੀਨਸ ਆਫ ਐਕਸਕੇਪ ਦੇ ਨਾਲ, ਅਤੇ ਕਿਹੜਾ ਪੈਸੇਜ ਤੁਸੀਂ ਯੂਜ਼ ਕਰਨਾ, ਵਰਕਰਸ ਨੂੰ ਉਹਦੀ ਪ੍ਰੋਪਰ ਹੀ ਪਹਿਲਾਂ ਟ੍ਰੇਨਿੰਗ ਦਿੱਤੀ ਹੋਣੀ ਚਾਹੀਦੀ ਹੈ ਅਤੇ ਕਿਹੜੀ ਇਕਵਿਪਮੈਂਟ ਯੂਜ਼ ਕਰਨੇ ਆ, ਕਿੱਦਾਂ ਯੂਜ਼ ਕਰਨੇ ਆ। ਦੈਨ ਤੁਹਾਡੇ ਕੋਲ ਹੈਗਾ ਸੈਕਸ਼ਨ ਨੰਬਰ 39 ਪਾਵਰ ਟੂ ਰਿਕੁਆਇਰ ਸਪੈਸੀਫਿਕੇਸ਼ਨ ਆਫ ਡਿਫੈਕਟਿਵ ਪਾਰਟਸ ਔਰ ਟੈਸਟ ਆਫ ਸਟੇਬਿਲਿਟੀ। ਕਹਿੰਦੇ ਕਿ ਅਗਰ ਕੋਈ ਮਸ਼ੀਨਰੀ ਜਾਂ ਕੋਈ ਫੈਕਟਰੀ ਦਾ ਇਹੋ ਜਿਹਾ ਪਾਰਟ ਹੈਗਾ ਜਿੱਥੇ ਜਾਣਾ ਮਨਾ ਹੈਗਾ ਜਾਂ ਉਹ ਡੇਂਜਰਸ ਹੈਗਾ ਵਰਕਰਸ ਦੇ ਲਈ, ਤਾਂ ਉੱਥੇ ਪ੍ਰੋਪਰ ਡਰਾਇੰਗ ਸਪੈਸੀਫਿਕੇਸ਼ਨ ਇਹੋ ਜਿਹੇ ਲੱਗੀਆਂ ਹੋਣੀਆਂ ਚਾਹੀਦੀਆਂ ਜੋ ਕਿ ਲੋਕਾਂ ਨੂੰ ਉਸ ਦੇ ਅਗੇਂਸਟ ਅਵੇਅਰਨੈਸ ਕ੍ਰੀਏਟ ਕਰ ਸਕੇ ਵੀ ਇੱਥੇ ਜਾਣਾ ਤੁਹਾਨੂੰ ਅਲਾਉ ਨਹੀਂ ਹੈਗਾ, ਇੱਥੇ ਮਤਲਬ ਤੁਸੀਂ ਨਹੀਂ ਜਾ ਸਕਦੇ। ਅਤੇ ਉੱਥੇ ਅਗਰ ਬਿਲਡਿੰਗ 'ਤੇ ਕੋਈ ਕੰਮ ਕਰਨਾ ਪੈ ਜਾਂਦਾ ਤਾਂ ਉਹਦੇ ਲਈ ਉਸ ਦੇ ਲਈ ਤੁਹਾਨੂੰ ਪਹਿਲਾਂ ਤਾਂ ਪ੍ਰੋਪਰ ਟੈਸਟ ਜਾਂ ਇਨਫੋਰਮੇਸ਼ਨ ਜਿਹੜੀ ਹੈਗੀ ਆਫਿਸਰਸ ਨੂੰ ਦੇਣੀ ਪਏਗੀ। ਲਾਸਟ ਵਨ ਹੈਗਾ ਤੁਹਾਡਾ ਸੈਕਸ਼ਨ ਨੰਬਰ 40 ਦੈਟ ਇਜ਼ ਸੇਫਟੀ ਆਫਿਸਰਸ। ਦਿਸ ਸੈਕਸ਼ਨ ਮੇਕ ਪ੍ਰੋਵੀਜ਼ਨ ਫॉर ਦਾ ਅਪੋਇੰਟਮੈਂਟ ਆਫ ਅ ਸੇਫਟੀ ਆਫਿਸਰ। ਅਗਰ ਫੈਕਟਰੀਜ਼ ਦੇ ਵਿੱਚ ਕੋਈ ਪ੍ਰੋਵੀਜ਼ਨਸ ਹੈਗੀਆਂ ਨੇ, ਠੀਕ ਹੈ, ਜਿੱਥੇ 1000 ਜਾਂ 1000 ਤੋਂ ਜ਼ਿਆਦਾ ਵਰਕਰਸ ਕੰਮ ਕਰਦੇ ਤਾਂ ਸਟੇਟ ਗਵਰਨਮੈਂਟ ਨੇ ਕਿਹਾ ਉੱਥੇ ਇੱਕ ਸੇਫਟੀ ਆਫਿਸਰ ਹੋਣਾ ਚਾਹੀਦਾ ਹੈ ਜੋ ਕਿ ਟਾਈਮ ਟੂ ਟਾਈਮ ਦੇਖੇਗਾ ਕਿ ਜਿਹੜੇ ਵਰਕਰਸ ਹੈਗੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਜਦੋਂ ਉਹ ਕੰਮ ਕਰ ਰਹੇ ਆ, ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਹੈਗੀ ਜੋ ਉਹਨਾਂ ਦੀ ਸਿਹਤ ਨੂੰ ਖਰਾਬ ਕਰਦੀ ਪਈ ਆ। ਲਾਸਟ ਤੁਹਾਡਾ ਹੈਗਾ ਸੈਕਸ਼ਨ ਨੰਬਰ 41 ਪਾਵਰ ਟੂ ਮੇਕ ਰੂਲਸ ਟੂ ਸਪਲੀਮੈਂਟ ਦਿਸ ਚੈਪਟਰ। ਫੈਕਟਰੀਜ਼ ਐਕਟ 1948 ਦੇ ਅਕੋਰਡਿੰਗ ਸਟੇਟ ਗਵਰਨਮੈਂਟ ਕੋਲ ਪੂਰੀ ਅਥਾਰਟੀ ਹੈਗੀ ਆ ਕਿਸੇ ਵੀ ਚੀਜ਼ ਨੂੰ ਚੇਂਜ ਕਰਨ ਦੀ, ਰੂਲ ਨੂੰ ਮੇਨਟੇਨ ਕਰਨ ਦੀ ਅਤੇ ਰੂਲ ਨੂੰ ਚੇਂਜ ਕਰਨ ਦੀ। ਥੈਂਕ ਯੂ ਵੈਰੀ ਮੱਚ।